ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋ ਨ ਗਰਭ ਨ ਆਇਓ। ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋ ਨ ਗਰਭ ਨ ਆਇਓ। ਧਰਨ ਗਗਨ ਨਵ ਖੰਡ ਮਹਿ, ਜੋਤ ਸਭ ਰੂਪੀ ਰਹਿਓ ਪਰ। ਭਾਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਪੱਖਾ ਫੇਰੀ ਪਾਣੀ ਢੋਆ, ਜੋ ਦੇਵੈ ਸੋ ਖਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਪੱਖਾ ਫੇਰੀ ਪਾਣੀ ਢੋਆ, ਜੋ ਦੇਵੈ ਸੋ ਖਾਈ। ਧੰਨ ਧੰਨ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ। ਗਿਆਨ ਦੇ ਸਾਗਰ ਸਾਰੀ ਹੀ ਕਾਇਨਾਤ ਦੇ ਸਾਂਝੇ ਰਾਇਬਰ,
ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ ਜੀ। ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਅੱਜ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆ ਗੁਰਦੁਆਰਾ ਸਾਹਿਬ ਸਤਿਗੁਰਾਂ ਜੀ ਦੇ ਚਰਨਾਂ 'ਚ ਇਕੱਤਰ ਹੋਏ ਹਾਂ। ਵਿਚਾਰ ਕਰਨੀ ਹੈ ਕਿ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਸ਼ਹਾਦਤ ਦੇ ਪਿੱਛੇ ਕਾਰਨ ਕੀ ਸਨ ਤੇ ਇਸ ਸ਼ਹਾਦਤ ਵਾਲੇ ਦਿਨ ਸ਼ਹਾਦਤ ਦੇ ਪ੍ਰਸੰਗ ਤੋਂ ਸਾਨੂੰ ਕੀ ਸਿੱਖਿਆ ਲੈਣੀ ਚਾਹੀਦੀ ਹੈ। ਜਿਨ੍ਹਾਂ ਕਮੀਆਂ ਨੂੰ ਦੂਰ ਕਰਨ ਦੇ ਲਈ, ਜਿਹੜੇ ਗੁਣਾਂ ਨੂੰ ਪੈਦਾ ਕਰਨ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦਾ ਅੱਜ ਦੇ ਦਿਨ, ਜੋ ਕਿ ਬਿਕਰਮੀ ਸੰਮਤ 1663 ਅਤੇ ਈਸਵੀ 1606 ਨੂੰ ਸਰੀਰ ਦਾ ਠੀਕਰਾ ਭੰਨਿਆ ਸੀਗਾ। ਕਿਤੇ ਅਜੇ ਵੀ ਸਾਡੇ ਵਿੱਚ ਉਹ ਕਮੀਆਂ ਤਾਂ ਨਹੀਂ, ਉਹ ਊਣਤਾਈਆਂ ਤਾਂ ਨਹੀਂ, ਜਿਹੜੇ ਗੁਣ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ੇ, ਕਿਤੇ ਅਸੀਂ ਉਹਨਾਂ ਗੁਣਾਂ ਤੋਂ ਵਾਂਝੇ ਤਾਂ ਨਹੀਂ। ਜਿਹੜੀਆਂ ਕੁਰੀਤੀਆਂ ਗਲਤੀਆਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਰੋਕਿਆ, ਜਾਣੇ ਅਣਜਾਣੇ ਦੇ ਅੰਦਰ ਕਿਤੇ ਅਸੀਂ ਉਹ ਕਰ ਤਾਂ ਨਹੀਂ ਰਹੇ। ਇਹ ਸਾਰੀਆਂ ਵਿਚਾਰਾਂ ਸੰਗਤ ਜੀ ਸੀਮਤ ਸਮੇਂ ਦੇ ਅੰਦਰ ਰਹਿੰਦਿਆਂ ਹੋਇਆ ਆਪ ਸਰਬੱਤ ਸੰਗਤਾਂ ਦੇ ਸਨਮੁਖ ਰੱਖਾਂਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪ੍ਰਥਾਏ ਸਤ ਸੰਗਤ ਜੀ ਬਾਣੀ ਦਾ ਫੁਰਮਾਨ ਹੈ। ਧਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਕੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਰੱਬ ਵਰਗੇ ਹਨ? ਬਿਲਕੁਲ ਨਹੀਂ, ਰੱਬ ਵਰਗੇ ਨਹੀਂ, ਆਪ ਰੱਬ ਹਨ। ਗੁਰ ਅਰਜੁਨ ਪ੍ਰਤੱਖ ਹਰ, ਆਪ ਨਰਾਇਣ ਕਲਾ ਥਾਰ ਜਗ ਮਹਿ ਪਰਵਰਿਓ। ਨਿਰਗੁਣ ਤੂੰ ਸਰਗੁਣ ਸਰੂਪ ਧਾਰਨ ਕੀਤਾ ਹੈ ਤੇ ਆਪ ਅਕਾਲ ਪੁਰਖ ਪਰਮਾਤਮਾ ਇਸ ਮਾਤ ਲੋਕ ਉੱਤੇ ਆਏ ਹਨ ਤਾਂ ਜੋ ਸਾਰੀ ਕਾਇਨਾਤ ਦਾ ਜੀਵਾਂ ਦਾ ਭਲਾ ਹੋ ਸਕੇ। ਸਤ ਸੰਗਤ ਜੀ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਚਾਰ ਪ੍ਰਸਾਰ ਅਤੇ ਸੱਚ ਦਾ ਰਸਤਾ ਉਹਨਾਂ ਦੀ ਸ਼ਹਾਦਤ ਦੇ ਕਾਰਨ ਬਣਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿੱਖੀ ਪ੍ਰਚਾਰ ਪ੍ਰਸਾਰ ਅਤੇ ਉਹਨਾਂ ਦਾ ਸੱਚ ਤੇ ਤੁਰਨਾ
ਜਿਹੜੇ ਝੂਠ ਦੇ ਪਾਂਧੀ ਸਨ, ਜਿਹੜੇ ਪਾਪ ਕਮਾਉਂਦੇ ਸਨ, ਜਿਹੜੇ ਗਰੀਬਾਂ ਦਾ ਲੁੱਟ ਖੋਹ ਕਰਕੇ ਖਾਂਦੇ ਸਨ, ਜਿਨ੍ਹਾਂ ਨੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਣੀਆਂ ਆਰੰਭ ਕਰ ਦਿੱਤੀਆਂ, ਉਹਨਾਂ ਤੋਂ ਇਹ ਜਰਿਆ ਨਹੀਂ ਗਿਆ ਤੇ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਕਿਸੇ ਵੀ ਤਰੀਕੇ ਦੇ ਨਾਲ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਜਾਵੇ। ਸਤ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਚਾਰ ਦਾ ਢੰਗ ਇਸ ਤਰ੍ਹਾਂ ਦਾ ਸੀਗਾ ਕਿ ਸਾਨੂੰ ਵੀ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ, ਕਿਉਂਕਿ ਜੇ ਅੱਜ ਆਪਾਂ ਸ਼ਹੀਦੀ ਦਿਹਾੜੇ ਵਾਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦ ਨੂੰ ਮਨਾ ਰਹੇ ਹਾਂ, ਸੁਰਤ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰੀ ਲਵਾ ਰਹੇ ਹਾਂ, ਤੇ ਕੋਸ਼ਿਸ਼ ਇਹ ਕਰੀਏ ਕਿ ਉਹਨਾਂ ਦੇ ਜੀਵਨ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਿਆ ਜਾਵੇ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਤਿਗੁਰੂ ਜੀ ਨੇ ਪ੍ਰਚਾਰ ਕੀਤਾ, ਜਿੱਥੇ ਪਾਣੀ ਦੀ ਕਿੱਲਤ ਸੀ ਉੱਥੇ ਖੂਹ ਲਵਾਉਣੇ ਆਰੰਭ ਕਰ ਦਿੱਤੇ। ਸਤ ਸੰਗਤ ਜੀ, ਜਿੱਥੇ ਦਵਾਈਆਂ ਦੀਆਂ ਬਿਮਾਰਾਂ ਨੂੰ ਲੋੜਾਂ ਸਨ, ਜਿੱਥੇ ਦੁਖੀਆਂ ਦੀ ਕੋਈ ਬਾਹ ਨਹੀਂ ਸੀ ਫੜਦਾ, ਉੱਥੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਵਾਈ ਖਾਨਿਆਂ ਦਾ ਆਰੰਭ ਕੀਤਾ ਹੈ। ਕਾਇਨਾਤ ਨੂੰ ਜਿਸ ਵਸਤੂ ਦੀ ਲੋੜ ਸੀਗੀ, ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਗਈਆਂ, ਤੇ ਕਿਸੇ ਨੂੰ ਕਹਿਣਾ ਨਹੀਂ ਪਿਆ ਕਿ ਭਾਈ ਤੂੰ ਸਿੱਖ ਬਣ ਜਾ। ਸਾਧ ਸੰਗਤ ਜੀ, ਆਪ ਆ ਕਰਕੇ ਗੁਰੂ ਨੂੰ ਪ੍ਰੇਮ ਕਰਨ ਵਾਲੇ ਗੁਰੂ ਦੇ ਪਿਆਰੇ ਸਤਿਗੁਰੂ ਜੀ ਦੇ ਸਨਮੁਖ ਬੇਨਤੀ ਕਰਿਆ ਕਰਦੇ ਸਨ, ਸਤਿਗੁਰੂ ਜੀ ਸਾਨੂੰ ਵੀ ਸਿੱਖੀ ਬਖਸ਼ ਦਿਓ। ਗੁਰਮੁਖੋ, ਇਸ ਤਰ੍ਹਾਂ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਹੁਣ ਵੀ ਸਮੇਂ ਦੇ ਅਨੁਸਾਰ ਲੋੜ ਹੈ ਕਿ ਆਪਣੇ ਕੋਲ ਵੀ ਇਸ ਤਰ੍ਹਾਂ ਦੇ ਪ੍ਰਬੰਧ ਹੋਣ ਕਿ ਆਪਾਂ ਵੀ ਗਰੀਬਾਂ ਦੀ ਬਾਹ ਫੜ ਸਕੀਏ। ਸਾਡੇ ਕੋਲ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਸਵੰਧ ਦੇ ਵਿੱਚੋਂ ਚਲਾਏ ਇਸ ਤਰ੍ਹਾਂ ਦੇ ਉਪਰਾਲੇ ਹੋਣ ਕਿ ਜਿਨ੍ਹਾਂ ਦੇ ਨਾਲ ਗਰੀਬ ਬੱਚੇ ਸਿੱਖਿਆ ਲੈ ਸਕਣ, ਲੋੜਵੰਦਾਂ ਦਾ ਇਲਾਜ ਹੋ ਸਕੇ, ਆਦਿਕ ਇਸ ਤਰ੍ਹਾਂ ਦੇ ਉਪਰਾਲੇ ਹੋਣਗੇ ਤੇ ਗੁਰਮੁਖੋ ਸਿੱਖੀ ਦਾ ਪ੍ਰਚਾਰ ਆਪਣੇ ਆਪ ਹੀ ਹੋਵੇਗਾ। ਇਹ ਬੇਨਤੀ ਤਾਂ ਕੀਤੀ ਹੈ ਕਿਉਂਕਿ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਆਪਣੇ ਪ੍ਰਚਾਰ ਕਰਨ ਦਾ ਇਹ ਢੰਗ ਸੀਗਾ। ਸੋ ਇਸ ਤਰ੍ਹਾਂ ਸਿੱਖੀ ਦਾ ਪਸਾਰਾ ਬਹੁਤ ਹੀ ਫੈਲ ਚੁੱਕਾ ਸੀਗਾ। ਜੋ ਫੁਲਵਾੜੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਾਈ ਸੀ, ਆਪ ਸਤਿਗੁਰੂ ਜੀ ਉਸ ਫੁਲਵਾੜੀ ਦੇ ਮਾਲੀ ਬਣ ਕਰਕੇ ਉਹਨੂੰ ਫੁੱਲ ਤੇ ਫਲ ਲਾ ਰਹੇ ਹਨ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਬੇਅੰਤ ਕਾਰਨ ਹਨ। ਅਸੀਂ ਭਾਈ ਇੱਕ ਹੀ ਕਾਰਨ ਨੂੰ ਜ਼ਿਆਦਾ ਵਿਚਾਰਦੇ ਹਾਂ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ।
ਇਸ ਕਰਕੇ ਚੰਦੂ ਨੇ ਸਤਿਗੁਰਾਂ ਜੀ ਨੂੰ ਸ਼ਹੀਦ ਕਰ ਦਿੱਤਾ। ਭਾਈ ਚੰਦੂ ਵੀ ਦੋਸ਼ੀ ਹੈ, ਚੰਦੂ ਵੀ ਪਾਪੀ ਹੈ, ਪਰ ਹੋਰ ਵੀ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਦੀ ਵਿਚਾਰ ਕਰਨੀ ਬਣਦੀ ਹੈ। ਸਭ ਤੋਂ ਪਹਿਲਾਂ ਤੇ ਉਸ ਵੇਲੇ ਦਾ ਰਾਜਾ ਜਿਹਦੇ ਕੋਲ ਸਤਾ ਦਾ ਜ਼ੋਰ ਸੀ, ਜਹਾਂਗੀਰ ਬਾਦਸ਼ਾਹ, ਇਹਦਾ ਆਪਣਾ ਵਰਤੀਰਾ ਕਿਸ ਤਰ੍ਹਾਂ ਦਾ ਹੈ, ਇਹਦੀ ਸੋਚ ਕਿਸ ਤਰ੍ਹਾਂ ਦੀ ਹੈ। ਜਹਾਂਗੀਰ ਖੁਦ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਇੱਕ ਕਾਰਨ ਬਣਦਾ ਹੈ। ਇਹ ਆਪਾਂ ਨੂੰ ਪਤਾ ਲੱਗਦਾ ਹੈ ਜੋ ਕਿ ਜਹਾਂਗੀਰ ਤੁਝ ਕੇ ਇੱਕ ਰਚਨਾ ਹੈ, ਜਿਹੜੀ ਕਿ ਜਹਾਂਗੀਰ ਦੀ ਆਪਣੀ ਲਿਖੀ ਹੋਈ ਰਚਨਾ, ਜਿਹਦੇ ਅੰਦਰ ਉਸਨੇ ਆਪਣਾ ਜੀਵਨ ਲਿਖਿਆ ਹੋਇਆ ਹੈ। ਉਹਦੇ ਵਿੱਚ ਗੁਰੂ ਘਰ ਦੇ ਪ੍ਰਤੀ ਜਹਾਂਗੀਰ ਦੀ ਕਿਸ ਤਰ੍ਹਾਂ ਦੀ ਭਾਵਨਾ ਹੈ ਸਾਨੂੰ ਪਤਾ ਲੱਗ ਜਾਂਦੀ ਹੈ। ਸਾਧ ਸੰਗਤ ਜੀ ਲਿਖਦਾ ਹੈ ਕਿ ਇਹ ਜੋ 3-4 ਪੀੜ੍ਹੀਆਂ ਤੋਂ ਦੁਕਾਨ ਚੱਲਦੀ ਆ ਰਹੀ ਹੈ, ਇਹਦਾ ਪਸਾਰਾ ਬੜਾ ਪਸਰ ਚੁੱਕਿਆ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਹੁਣ ਜੋ ਇਸ ਸਮੇਂ ਇਸ ਗੱਦੀ ਦੇ ਉੱਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬੈਠੇ ਹੋਏ ਹਨ, ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ। ਇਸ ਤਰ੍ਹਾਂ ਦੇ ਵਿਚਾਰ ਇਹਦੀ ਆਪਣੀ ਹੀ ਰਚਨਾ ਤੋਂ ਮਿਲਦੇ ਹਨ। ਸੋ ਸੰਗਤ ਜੀ, ਇਹ ਵੀ ਗੁਰੂ ਘਰ ਦਾ ਦੋਖੀ ਸੀ, ਗੁਰੂ ਘਰ ਨਾਲ ਨਫ਼ਰਤ ਕਰਨ ਵਾਲਾ ਸੀ ਜਹਾਂਗੀਰ। ਇਸ ਤੋਂ ਉਪਰੰਤ ਜੇ ਵਿਚਾਰ ਕੀਤੀ ਜਾਵੇ ਤੇ ਇੱਕ ਹੋਰ ਕਾਰਨ ਹੈ, ਉਹ ਹੈ ਸਖੀ ਸਰੇਵੜੀਆਂ ਦਾ ਮਤ। ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਇੱਕ ਕਾਰਨ ਬਣਦਾ ਹੈ। ਸਾਧ ਸੰਗਤ ਜੀ, ਇਹ ਵਿਚਾਰਨ ਦੀ ਲੋੜ ਕਿਉਂ ਪਈ ਹੈ? ਕਿਉਂਕਿ ਆਪਾਂ ਹਾਂ ਤਾਂ ਗੁਰੂ ਦੇ ਸਿੱਖ, ਪਰ ਸ਼ਾਇਦ ਜਾਂ ਸਾਨੂੰ ਸੋਝੀ ਨਹੀਂ, ਜਾਂ ਕਿਸੇ ਨੇ ਦੱਸਿਆ ਨਹੀਂ, ਜਾਂ ਅਸੀਂ ਸੁਣ ਕੇ ਅਣਸੁਣਿਆ ਕਰ ਰਹੇ ਹਾਂ, ਜਾਂ ਅਸੀਂ ਪੜ੍ਹ ਕੇ ਅਨਪੜ੍ਹਿਆ ਕਰ ਰਹੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਸਪਸ਼ਟ ਸ਼ਬਦਾਂ ਦੇ ਵਿੱਚ ਲਿਖਿਆ ਹੈ, ਅਰਥ ਬੜੇ ਹੀ ਸੁਖੈਣ ਹਨ, ਹਰ ਇੱਕ ਨੂੰ ਸਮਝ ਆ ਜਾਂਦੀ ਹੋਵੇਗੀ। ਪਤਾ ਨਹੀਂ ਕਿਉਂ ਨਹੀਂ ਸਮਝਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ। ਦੁਬਦਾ ਦੇ ਵਿੱਚ ਨਾ ਪਈ ਗੁਰੂ ਦਿਆ ਸਿੱਖਾ, ਹਰੀ ਪ੍ਰਮਾਤਮਾ ਨੂੰ ਛੱਡ ਕਰਕੇ ਹੋਰ ਕਿਸੇ ਦੀ ਪੂਜਾ ਆਰੰਭ ਨਾ ਕਰ ਦਵੀਂ। ਗੁਰੂ ਘਰ ਨੂੰ ਛੱਡ ਕੇ ਵੇਖੀ ਕਿਤੇ ਵੀਰ ਵਾਲੇ ਦਿਨ ਕਬਰਾਂ ਤੇ ਜਾ ਕਰਕੇ ਦੀਵੇ ਨਾ ਜਗਾਉਂਦਾ ਫਿਰੀ। ਗੁਰਮੁਖੋ, ਇਹ ਬੇਨਤੀ ਤਾਂ ਕਰ ਰਹੇ ਹਾਂ ਕਿ ਅੱਜ ਦੇ ਦਿਨ ਪਿਆਰ ਵਾਲਿਆਂ ਦਾ ਹਿਰਦਾ ਵਲੂੰਦਰਿਆ ਜਾ ਸਕਦਾ ਹੈ। ਜਿਨ੍ਹਾਂ ਨੂੰ ਪ੍ਰੇਮ ਹੈ ਨਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ, ਜਦੋਂ ਉਹਨਾਂ ਨੂੰ ਪਤਾ ਲੱਗੇਗਾ ਨਾ ਕਿ ਇਹ ਜਿਹੜਾ ਸਖੀ ਸਰੇਵਰੀ ਮਤ ਹੈ, ਇਹ ਜਿਹੜੀਆਂ ਕਬਰਾਂ ਵਾਲੇ ਹਨ, ਇਹਨਾਂ ਦਾ ਵੀ ਹੱਥ ਹੈ ਭਾਈ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਵਿੱਚ। ਤੇ ਗੁਰਮੁਖੋ, ਇਹ ਸੁਣਨ ਤੋਂ ਬਾਅਦ ਜੇ ਫਿਰ ਵੀ ਮੜੀਆਂ ਮਸਾਣੀਆਂ ਤੇ ਜਾ ਕਰਕੇ ਮੱਥੇ ਰਗੜਾਂਗੇ ਤੇ ਫਿਰ ਸਾਨੂੰ ਹੱਕ ਨਹੀਂ ਕਿ ਅਸੀਂ ਗੁਰੂ ਦੇ ਸਿੱਖ ਅਖਵਾਈਏ। ਸੋ ਸਾਧ ਸੰਗਤ ਜੀ, ਇਹ ਜਿਹੜਾ ਸਖੀ ਸਰੇਵਰੀ ਮਤ ਸੀਗਾ,
ਇਸ ਨੂੰ ਮੰਨਣ ਵਾਲੇ ਕਬਰਾਂ ਨੂੰ ਪੂਜਦੇ ਸਨ। ਸਾਧ ਸੰਗਤ ਜੀ, ਪਾਕਿਸਤਾਨ ਨਿਗਾਹੇ ਪਿੰਡ ਦੇ ਅੰਦਰ ਇੱਕ ਨਿਗਾਹੇ ਨਾਮ ਦਾ ਪੀਰ, ਜਿਸ ਤੋਂ ਇਹ ਮਤ ਆਰੰਭ ਹੁੰਦਾ ਹੈ, ਇਹ ਉੱਥੇ ਹੀ ਆਪਣੇ ਸਵਾਸਾਂ ਨੂੰ ਪੂਰਿਆਂ ਕਰਦਾ ਹੈ। ਪੰਜਾਬ ਦੇ ਵਿੱਚ ਨਹੀਂ ਆਉਂਦਾ, ਪਰ ਪਤਾ ਨਹੀਂ ਕਿਉਂ ਥਾਂ ਥਾਂ ਤੇ ਇਹਦੀਆਂ ਕਬਰਾਂ ਬਣਾ ਦਿੱਤੀਆਂ ਗਈਆਂ ਹਨ। ਬਿਲਕੁਲ ਨਹੀਂ ਜੇ ਪੰਜਾਬ ਦੇ ਵਿੱਚ ਆਇਆ। ਇਹ ਨਿਗਾਹੇ ਵਾਲਾ ਪੀਰ, ਜਿਹਨੂੰ ਕਿ ਆਪਾਂ ਲੱਖਾਂ ਦਾ ਦਾਤਾ ਵੀ ਕਹਿ ਦਿੰਦੇ ਹਾਂ, ਕੋਈ ਲਾਲਾਂ ਵਾਲਾ ਪੀਰ ਕਹਿ ਦਿੰਦਾ ਹੈ, ਬੜੇ ਹੀ ਨਾਮ ਰੱਖੇ ਹੋਏ ਹਨ, ਇਹ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਆਉਂਦਾ। ਸੋ ਸਤ ਸੰਗਤ ਜੀ, ਇਸ ਮਤ ਵਾਲੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋਏ। ਉਹਨਾਂ ਦਾ ਵੀ ਮਨ ਦਰਵਿਆ ਗਿਆ ਤੇ ਆਪਾਂ ਪੜ੍ਹਦੇ ਹਾਂ ਕਿ ਧੰਨ ਧੰਨ ਭਾਈ ਮੰਝ ਜੀ ਵਰਗੇ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤਰਲਾ ਲੈਂਦੇ ਹਨ ਕਿ ਸਤਿਗੁਰੂ ਜੀ ਸਾਨੂੰ ਵੀ ਸਿੱਖੀ ਬਖਸ਼ ਦਿਓ। ਤੇ ਸਤਿਗੁਰੂ ਜੀ ਕਹਿੰਦੇ, ਭਾਈ ਸਿੱਖੀ ਤੇ ਸਿੱਖੀ ਨਹੀਂ ਟਿਕਣੀ, ਪਹਿਲਾਂ ਆਪਣੇ ਘਰੋਂ ਕਬਰਾਂ ਨੂੰ ਪੱਟੋ ਤੇ ਫਿਰ ਸਿੱਖੀ ਮਿਲੇਗੀ। ਤੇ ਕਿਸ ਤਰ੍ਹਾਂ ਲਈ ਹੈ, ਇਤਿਹਾਸ ਲੰਬੇਰਾ ਹੈ। ਇਹ ਸਿੱਖੀ ਸੌਖੀ ਨਹੀਂ ਮਿਲ ਜਾਂਦੀ ਸਤ ਸੰਗਤ ਜੀ। ਸੋ ਇਸ ਮਤ ਦੇ ਪੈਰੋਕਾਰ ਪ੍ਰਭਾਵਿਤ ਹੋਏ ਹਨ। ਇਹਨਾਂ ਨੇ ਫਿਰ ਜਾ ਕਰਕੇ ਜਹਾਂਗੀਰ ਦੇ ਕੰਨ ਭਰਨੇ ਆਰੰਭ ਕਰ ਦਿੱਤੇ ਹਨ। ਜਹਾਂਗੀਰ ਨੂੰ ਕਹਿੰਦੇ ਸਨ ਕਿ ਜੇ ਇਸ ਸਿੱਖ ਧਰਮ ਦਾ ਅੰਤ ਨਾ ਕੀਤਾ ਗਿਆ, ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜੇ ਸ਼ਹੀਦ ਨਾ ਕੀਤਾ ਗਿਆ। ਸਤ ਸੰਗਤ ਜੀ, ਸ਼ਹੀਦ ਸ਼ਬਦ ਆਪਾਂ ਵਰਤ ਰਹੇ ਹਾਂ ਕਿਉਂਕਿ ਅਸੀਂ ਗੁਰੂ ਦੇ ਸਿੱਖ ਹਾਂ ਤੇ ਸਾਨੂੰ ਸਤਿਗੁਰੂ ਜੀ ਦੇ ਨਾਲ ਪ੍ਰੇਮ ਹੈ। ਪਰ ਇਹ ਜ਼ਾਲਮ ਪਤਾ ਨਹੀਂ ਕੀ ਕੀ ਬੋਲਦੇ ਹੋਣਗੇ। ਇਹਨਾਂ ਨੇ ਜਾ ਕਰਕੇ ਜਹਾਂਗੀਰ ਦੇ ਕੰਨ ਭਰੇ ਹਨ। ਤੇ ਸਤ ਸੰਗਤ ਜੀ, ਕਹਿਣ ਤੋਂ ਸੰਕੋਚ ਨਾ ਕਰੀਏ, ਇਤਿਹਾਸ ਦੇ ਹਵਾਲੇ ਦੱਸਦੇ ਹਨ ਕਿ ਬੜੀ ਮਨੌਤ ਹੈ ਉਸ ਸਥਾਨ ਦੀ। ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਪਤਾ ਨਹੀਂ, ਸਾਨੂੰ ਪਤਾ ਹੈ ਤੇ ਜਾਣ ਬੁੱਝ ਕੇ ਭੁੱਲੇ ਹੋਏ ਹਾਂ ਕਿ ਜਾਂ ਸਾਨੂੰ ਸਤਿਗੁਰਾਂ ਜੀ ਦੇ ਬਚਨਾਂ ਦੇ ਉਲਟ ਕੰਮ ਕਰਨ ਦਾ ਸਵਾਦ ਆਉਂਦਾ ਹੈ। ਗੁਰਮੁਖੋ, ਆਪਾਂ ਬੜੀ ਉੱਥੇ ਖੀਰ ਲੈ ਕਰਕੇ ਜਾਂਦੇ ਹਾਂ ਕਿ ਪਤਾ ਨਹੀਂ ਉੱਥੇ ਖੀਰ ਖੜਨ ਤੋਂ ਬਿਨਾਂ ਸਾਡੇ ਪਸ਼ੂਆਂ ਨੇ ਦੁੱਧ ਦੇਣਾ ਕਿ ਨਹੀਂ ਦੇਣਾ। ਸੋ ਉਹ ਜਿਹੜਾ ਸ਼ੇਖ ਪਤਾ ਜੇ ਨਾ, ਉਹਦਾ ਵੀ ਮਤ ਇਹੋ ਸੀਗਾ, ਸਖੀ ਸਰੇਵੜੀ, ਤੇ ਉਹਨੇ ਵੀ ਘਟ ਨਹੀਂ ਜੇ ਕੀਤੀ। ਉਹਨੇ ਵੀ ਜਹਾਂਗੀਰ ਦੇ ਕੰਨ ਭਰੇ ਹਨ ਕਿ ਜਹਾਂਗੀਰ ਤੇਰੇ ਧਰਮ ਨੂੰ ਖਤਰਾ ਈ, ਸਿੱਖ ਧਰਮ ਨੂੰ ਖਤਮ ਕਰ ਦੇ। ਗੁਰਮੁਖੋ, ਸਿੱਖ ਜਾਂਦੇ ਹਨ ਉੱਥੇ ਸਿੱਖ, ਪਤਾ ਨਹੀਂ ਕਿਉਂ ਜਾਂਦੇ, ਕਿਉਂਕਿ ਇਤਿਹਾਸ ਨਹੀਂ ਪੜਿਆ। ਇਤਿਹਾਸ ਨਹੀਂ ਪੜਿਆ, ਜੇ ਪਤਾ ਹੋਵੇ ਤੇ ਫਿਰ ਨਹੀਂ ਜਾ ਸਕਦੇ ਭਾਈ। ਸੋ ਉਹਨੇ ਤਾਂ ਭਾਈ ਸ੍ਰੀ ਤਰਨਤਾਰਨ ਸਾਹਿਬ ਜੀ ਦੇ ਸਰੋਵਰ ਦੀ ਪਰਿਕਰਮਾ ਦੀਆਂ ਇੱਟਾਂ ਲਿਆ ਕਰਕੇ ਇੱਥੇ ਛੇਕ ਪਤੇ ਲਾ ਦਿੱਤੀਆਂ। ਫਿਰ ਗੁਰੂ ਦੇ ਕੁਝ ਪਿਆਰ ਵਾਲੇ ਗੁਰੂ ਦੇ ਸਿੱਖ, ਉਹਨਾਂ ਨੇ ਉਸ ਹੀ ਇੱਟਾਂ ਨੂੰ ਪੁੱਟ ਕਰਕੇ ਫਿਰ ਦੁਬਾਰਾ ਸ੍ਰੀ ਤਰਨਤਾਰਨ ਸਾਹਿਬ ਜਾ ਕਰਕੇ ਸੇਵਾ ਦੇ ਵਿੱਚ ਲਾਇਆ ਸੀ ਤੇ ਆਪਣਾ ਬਦਲਾ ਲਿਆ ਸੀ। ਸੋ ਗੁਰਮੁਖੋ, ਇਹ ਜਿਹੜਾ ਮਤ ਸੀਗਾ, ਇਸ ਨੇ ਵੀ ਡਟ ਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਰੋਧ ਕੀਤਾ ਹੈ। ਇਹ ਵੀ ਇੱਕ ਕਾਰਨ ਬਣਦਾ ਹੈ ਸਤਿਗੁਰਾਂ ਜੀ ਦੀ ਸ਼ਹੀਦੀ ਦਾ। ਬੇਨਤੀ ਤਾਂ ਕੀਤੀ ਹੈ ਕਿ ਕਿਤੇ ਸਾਡੇ ਤੋਂ ਕੋਈ ਭੁੱਲ ਤਾਂ ਨਹੀਂ ਹੋ ਰਹੀ ਭਾਈ।
ਜੇ ਸਤਿਗੁਰਾਂ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਨ ਤੇ ਭਾਈ ਇਹਨਾਂ ਮੜੀਆਂ ਮਸਾਣੀਆਂ ਤੋਂ ਖਹਿੜਾ ਛਡਾਈਏ। ਇਸ ਤੋਂ ਅੱਗੇ ਫਿਰ ਕਾਰਨ ਬਣਦਾ ਹੈ ਸਤ ਸੰਗਤ ਜੀ ਨਕਸ਼ਬੰਦੀ। ਇਹ ਜਿਹੜਾ ਮਤ ਸੀਗਾ ਇਹ ਵੀ ਕਬਰਾਂ ਨੂੰ ਪੂਜਣ ਵਾਲਾ ਹੈ ਤੇ ਹੌਲੀ ਹੌਲੀ ਜਿਹੜੇ ਇਸ ਮਤ ਦੇ ਵਿੱਚ ਰਲਦੇ ਹਨ ਉਹਨਾਂ ਨੂੰ ਕਲਮਾ ਪੜ੍ਹਾ ਕਰਕੇ ਮੁਸਲਮਾਨ ਧਰਮ ਦੇ ਵਿੱਚ ਤਬਦੀਲ ਕੀਤਾ ਜਾਂਦਾ ਹੈ। ਸੋ ਸਤ ਸੰਗਤ ਜੀ ਇਹਨਾਂ ਨੇ ਵੀ ਜਹਾਂਗੀਰ ਦੇ ਕੰਨ ਭਰੇ ਹਨ ਤੇ ਕਿਹਾ ਜੇ ਗੁਰੂ ਅਰਜਨ ਜਿਉਂਦਾ ਰਹਿ ਗਿਆ ਤਾਂ ਇਸਲਾਮ ਧਰਮ ਨੂੰ ਖਤਰਾ ਹੈ। ਇਹਨਾਂ ਨੂੰ ਨਹੀਂ ਪਤਾ ਕਿ ਭਾਈ ਸਤਿਗੁਰੂ ਜੀ ਤਾਂ ਬਾਣੀ 'ਚ ਫਰਮਾਉਂਦੇ ਹਨ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹਨਾਂ ਨੇ ਨਹੀਂ ਕਦੀ ਪੜਿਆ ਤੇ ਕਦੀ ਸੁਣਿਆ ਅੱਲਾਹ ਪਾਕਮ ਪਾਕ ਹੈ ਸ਼ੱਕ ਕਰੂੰ ਜੇ ਦੂਸਰ ਹੋਏ। ਬਾਣੀ ਪੜ੍ਹ ਕੇ ਤਾਂ ਵੇਖੀਏ ਭਾਈ ਬਾਣੀ ਦੇ ਅੰਦਰ ਕਿਸੇ ਨੂੰ ਮਾੜਾ ਨਹੀਂ ਕਿਹਾ ਗਿਆ ਗੁਰਮੁਖੋ। ਉਹਦੇ ਅੰਦਰ ਜਿਹੜੇ ਔਗਣ ਹਨ ਉਹਨਾਂ ਨੂੰ ਚਿਤਾਰਿਆ ਗਿਆ ਹੈ ਕਿ ਔਗੁਣਾਂ ਨੂੰ ਛੱਡ ਕੇ ਤੇ ਗੁਣਾਂ ਦਾ ਧਾਰਨੀ ਹੋ ਜਾਵੇ। ਸੋ ਸਤ ਸੰਗਤ ਜੀ ਇਹ ਜਿਹੜਾ ਮਤ ਸੀ ਇਹ ਵੀ ਸਤਿਗੁਰਾਂ ਜੀ ਦੀ ਸ਼ਹਾਦਤ ਦਾ ਕਾਰਨ ਬਣਦਾ ਹੈ। ਇਸ ਤੋਂ ਉਪਰੰਤ ਜੇ ਵਿਚਾਰ ਕਰੀਏ ਤਾਂ ਚੰਦੂ ਪਾਪੀ ਵੀ ਇੱਕ ਕਾਰਨ ਹੈ ਕਿਉਂਕਿ ਉਹਦੀ ਲੜਕੀ ਦਾ ਰਸਤਾ ਜਿਹੜੇ ਪੁਰੋਹਿਤ ਸਨ ਉਹਨਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਨਿਯਤ ਕਰ ਦਿੱਤਾ ਸੀ। ਪੁਰਾਣੇ ਸਮਿਆਂ ਦੇ ਵਿੱਚ ਪੁਰੋਹਿਤਾਂ ਨੂੰ ਭੇਜਿਆ ਜਾਂਦਾ ਸੀ ਕਿ ਜਾਓ ਭਾਈ ਸਾਡੀ ਬੱਚੇ ਦੇ ਲਈ ਕੋਈ ਯੋਗ ਵਰ ਲੱਭ ਕਰਕੇ ਰਿਸ਼ਤਾ ਪੱਕਾ ਕਰਕੇ ਆਓ। ਇਸੇ ਤਰ੍ਹਾਂ ਹੀ ਕੀਤਾ ਗਿਆ। ਚੰਦੂ ਦੀ ਲੜਕੀ ਦਾ ਰਿਸ਼ਤਾ ਇਹਨਾਂ ਪੁਰੋਹਿਤਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਪੱਕਾ ਕੀਤਾ ਹੈ। ਸੋ ਸਾਧ ਸੰਗਤ ਜੀ ਜਦੋਂ ਚੰਦੂ ਨੂੰ ਇਸ ਗੱਲ ਦਾ ਪਤਾ ਲੱਗਾ ਸਗੋਂ ਸ਼ੁਕਰ ਮਨਾਉਂਦਾ ਸ਼ੁਕਰਾਨਾ ਕਰਦਾ ਅਕਾਲ ਪੁਰਖ ਪ੍ਰਮਾਤਮਾ ਦਾ, ਪਰ ਉਹਨੇ ਹੰਕਾਰ ਦੇ ਵਸ ਹੋ ਕਰਕੇ ਆਪਣੇ ਚੁਬਾਰਿਆਂ ਦਾ ਮਾਣ ਚੁੱਕੀ ਫਿਰਦਾ ਸੀ ਤੇ ਕਹਿ ਦਿੱਤਾ ਕਿ ਹੇ ਪੁਰੋਹਿਤੋ ਤੁਸੀਂ ਕੀ ਕੀਤਾ ਹੈ? ਤੁਸੀਂ ਤਾਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਕਰਕੇ ਆ ਗਏ ਜੇ। ਭਾਵ ਆਪਣੇ ਆਪ ਨੂੰ ਉੱਚਾ ਦੱਸਦਾ ਹੈ ਤੇ ਗੁਰੂ ਘਰ ਨੂੰ ਨੀਵਾਂ ਦੱਸਦਾ ਹੈ। ਉੱਥੇ ਫਿਰ ਜਦੋਂ ਕੁਝ ਗੁਰਮੁਖ ਪਿਆਰਿਆਂ ਨੇ ਇਹ ਬਚਨ ਸੁਣੇ ਤੇ ਉਹਨਾਂ ਕੋ ਸਹਾਰੇ ਨਾ ਗਏ। ਉਹਨਾਂ ਨੇ ਸੰਗਤ ਰੂਪ ਦੇ ਅੰਦਰ ਆ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੇਨਤੀ ਕੀਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੰਦੂ ਹੰਕਾਰੀ ਹੈ, ਹਰ ਜੀਉ ਹੰਕਾਰ ਨਾ ਭਾਵਈ। ਚੰਦੂ ਹੰਕਾਰੀ ਹੈ ਤੇ ਆਪਣੀ ਉਹਦੇ ਨਾਲ ਬਣ ਨਹੀਂ ਆਉਣੀ, ਸੋ ਇਸ ਕਰਕੇ ਉਸ ਦੀ ਲੜਕੀ ਦੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਜਾਵੇ। ਤੇ ਸਤਿਗੁਰਾਂ ਜੀ ਨੇ ਸੰਗਤ ਦੇ ਹੁਕਮ ਨੂੰ ਸਿਰ ਮੱਥੇ ਮੰਨਦਿਆਂ ਹੋਇਆ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਆਨੰਦ ਕਾਰਜ ਨਿਯਤ ਹੋਇਆ ਸੀ ਚੰਦੂ ਦੀ ਲੜਕੀ ਦੇ ਨਾਲ,
ਉਹ ਨਾ ਕਰ ਦਿੱਤੀ ਤੇ ਕਿਹਾ, ਭਾਈ ਇਸ ਹੰਕਾਰੀ ਦੇ ਨਾਲ ਅਸੀਂ ਕੋਈ ਰਿਸ਼ਤਾ ਨਹੀਂ ਰੱਖਾਂਗੇ। ਸੋ ਚੰਦੂ ਇਸ ਗੱਲ ਦਾ ਬਦਲਾ ਲੈਣਾ ਚਾਹੁੰਦਾ ਸੀ। ਈਰਖਾ ਕਰਦਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ, ਤੇ ਉਹ ਵੀ ਕਿਸੇ ਬਹਾਨੇ ਦੀ ਭਾਲ ਦੇ ਵਿੱਚ ਸੀਗਾ ਕਿ ਮੈਨੂੰ ਮੌਕਾ ਮਿਲੇ ਤੇ ਮੈਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਤਮ ਕਰ ਦੇਵਾਂ। ਸੋ ਚੰਦੂ ਵੀ ਸਤਿਗੁਰਾਂ ਜੀ ਦੀ ਸ਼ਹਾਦਤ ਦਾ ਕਾਰਨ ਹੈ। ਇਸ ਤੋਂ ਉਪਰੰਤ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਥਾਪਨਾ, ਸਾਰੀ ਬਾਣੀ ਇਕੱਤਰ ਕਰਕੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਹੈ। ਜੇ ਕਹਿ ਲਈਏ ਤਾਂ ਇਹ ਵੀ ਇੱਕ ਸਤਿਗੁਰਾਂ ਜੀ ਦੀ ਸ਼ਹਾਦਤ ਦਾ ਕਾਰਨ ਬਣਦਾ ਹੈ। ਕਿਉਂਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਇਕੱਤਰ ਕੀਤੀ ਤੇ ਉਸ ਵੇਲੇ ਜਿਹੜੇ ਦੰਭੀ ਪਖੰਡੀ ਸਨ, ਜਿਨ੍ਹਾਂ ਦੀ ਬਾਣੀ ਗੁਰੂ ਦੀ ਕਸਵੱਟੀ ਦੇ ਉੱਤੇ ਪੂਰੀ ਨਹੀਂ ਸੀ ਉਤਰਦੀ, ਉਹਨਾਂ ਦੀ ਬਾਣੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਦਰਜ ਨਹੀਂ ਕੀਤੀ ਗਈ। ਇੱਕ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆ ਧੰਨ ਸਾਹਿਬ ਸ੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਗਈ ਹੈ। ਸਮੇਂ ਦੀ ਲੋੜ ਕੀ ਸੀਗੀ? ਸਤ ਸੰਗਤ ਜੀ, ਪ੍ਰਿਥਵੀ ਵਰਗੇ ਬਾਣੀ ਦੇ ਵਿੱਚ ਰਲਾ ਪਾ ਰਹੇ ਸਨ। ਬਾਣੀ ਦੇ ਅੰਦਰ ਆਪਣੀ ਹੀ ਬਾਣੀ ਰਚ ਕਰਕੇ, ਨਾਨਕ ਨਾਮ ਦੀ ਮੋਹਰ ਲਾ ਕਰਕੇ ਰਲਾ ਪਾਇਆ ਜਾਂਦਾ ਸੀ। ਤੇ ਉਸ ਵੇਲੇ ਗੁਰੂ ਦੇ ਪਿਆਰੇ ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਜੋ ਸਿੱਖ ਆਪ ਜੀ ਦੇ ਨਿਕਟ ਵਰਤੀ ਹਨ, ਉਹਨਾਂ ਨੂੰ ਤਾਂ ਪਤਾ ਹੈ ਕਿ ਬਾਣੀ ਕਿਹੜੀ ਹੈ। ਸੱਚੇ ਪਾਤਸ਼ਾਹ ਜੀ, ਅਸੀਂ ਭੁਲੇਖੇ ਦੇ ਵਿੱਚ ਪੈ ਜਾਂਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ। ਸੋ ਇਸ ਕਰਕੇ ਆਪ ਜੀ ਕਿਰਪਾ ਕਰੋ ਕਿ ਸਾਰੀ ਬਾਣੀ ਨੂੰ ਇਕੱਤਰ ਕਰ ਦਿੱਤਾ ਜਾਵੇ। ਸਾਧ ਸੰਗਤ ਜੀ, ਰਲਾ ਕਿਸ ਤਰ੍ਹਾਂ ਪੈ ਰਿਹਾ ਸੀ, ਕੁਝ ਕੁ ਉਦਾਹਰਨਾਂ ਅਜੇ ਵੀ ਮਿਲ ਜਾਂਦੀਆਂ ਹਨ। ਆਪਾਂ ਦੇਖਦੇ ਹਾਂ ਕਿ ਟਰਾਲੀਆਂ ਦੇ ਉੱਤੇ ਆਮ ਹੀ ਲਿਖਿਆ ਮਿਲ ਜਾਂਦਾ ਹੈ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਸਾਧ ਸੰਗਤ ਜੀ, ਇਹ ਪੰਕਤੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਦਰਜ ਨਹੀਂ। ਇਸ ਤਰ੍ਹਾਂ ਨਾਨਕ ਨਾਮ ਦੀ ਮੋਹਰ ਲਾ ਕਰਕੇ ਬਾਣੀ ਦੇ ਵਿੱਚ ਰਲਾ ਕੀਤਾ ਜਾ ਰਿਹਾ ਸੀਗਾ। ਫਿਰ ਇੱਕ ਹੋਰ ਆਮ ਲਿਖਿਆ ਮਿਲ ਜਾਂਦਾ ਹੈ, ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤੱਤੀ ਵਾਓ। ਇਹ ਵੀ ਪੰਕਤੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਅੰਕਿਤ ਨਹੀਂ। ਇਸ ਤੋਂ ਇਲਾਵਾ ਆਪਾਂ ਦੇਖਦੇ ਹਾਂ, ਸਤਿਗੁਰ ਦਾਤੇ ਕਾਜ ਰਚਾਇਆ, ਆਪਣੀ ਮਿਹਰ ਕਰਾਈ, ਦਾਸਾਂ ਕੇ ਕਾਰਜ ਆਪ ਸਵਾਰੇ, ਇਹ ਉਸ ਦੀ ਵਡਿਆਈ। ਇਹ ਵੀ ਕੱਚੀ ਬਾਣੀ ਹੈ, ਰਲਾ ਹੈ। ਇਹ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਦਰਜ ਨਹੀਂ ਹੈ। ਸੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆ ਧੰਨ ਸਾਹਿਬ ਸ੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਹੈ। ਤੇ ਉਸ ਵੇਲੇ ਦੇ ਕੁਝ ਕੁ ਪਖੰਡੀ ਜਿਹੜੇ ਆਪਣੇ ਆਪ ਨੂੰ ਭਗਤ ਕਹਾਉਂਦੇ ਹਨ, ਪਰ ਭਗਤ ਨਹੀਂ, ਉਹਨਾਂ ਨੇ ਕਿਹਾ ਕਿ ਸਤਿਗੁਰੂ ਜੀ, ਸਾਡੀ ਵੀ ਬਾਣੀ ਦਰਜ ਕਰ ਦਿੱਤੀ ਜਾਵੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ
ਉਹਨਾਂ ਦੇ ਪਾਸੋਂ ਸੁਣਿਆ ਤੇ ਦੇਖਿਆ ਕਿ ਇਹਨਾਂ ਦੀ ਇਹ ਬਾਣੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਬਾਣੀ ਦਰਜ ਨਹੀਂ ਕੀਤੀ, ਜਿਵੇਂ ਕਿ ਇਤਿਹਾਸ ਦੇ ਵਿੱਚੋਂ ਆਪਾਂ ਨੂੰ ਨਾਮ ਮਿਲ ਜਾਂਦੇ ਹਨ। ਕਾਨਾ, ਪੀਲੂ, ਛੱਜੂ, ਹਸਨ ਆਦਿਕ। ਤੇ ਇਹਨਾਂ ਨੇ ਵੀ ਫਿਰ ਕ੍ਰੋਧ ਦੇ ਵਿੱਚ ਆ ਕਰਕੇ, ਗੁੱਸੇ ਦੇ ਵਿੱਚ ਆ ਕਰਕੇ ਜਹਾਂਗੀਰ ਦੇ ਕੰਨ ਭਰਨੇ ਆਰੰਭ ਕਰ ਦਿੱਤੇ ਹਨ। ਤੇ ਕਾਨੇ ਵਰਗੇ, ਹਸਨ ਵਰਗੇ ਕਹਿੰਦੇ ਸਨ ਕਿ ਜਹਾਂਗੀਰ ਜੋ ਗ੍ਰੰਥ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਚਿਆ ਹੈ, ਉਸ ਦੇ ਅੰਦਰ ਮੁਹੰਮਦ ਸਾਹਿਬ ਦੇ ਪ੍ਰਤੀ ਕੁਝ ਬੋਲ ਨਹੀਂ ਲਿਖੇ ਹੋਏ, ਮੁਸਲਮਾਨਾਂ ਦੇ ਵਿਰੁੱਧ ਲਿਖਿਆ ਹੋਇਆ ਹੈ, ਉਸ ਦੇ ਅੰਦਰ ਕੱਟੜਤਾ ਹੈ ਨਹੀਂ ਭਾਈ। ਇਹ ਬਿਲਕੁਲ ਗਲਤ ਸਨ। ਸਾਧ ਸੰਗਤ ਜੀ, ਸਤਿਗੁਰਾਂ ਜੀ ਨੇ ਨਾ ਕਿਸੇ ਜਾਤ ਨੂੰ, ਨਾ ਕਿਸੇ ਵਰਗ ਨੂੰ ਨੀਵਾਂ ਕਿਹਾ, ਸਗੋਂ ਭਾਈ ਜਿਹੜੇ ਔਗਣ ਹਨ ਉਹਨਾਂ ਨੂੰ ਚਿਤਾਰਿਆ ਹੈ। ਜੇ ਸਤਿਗੁਰਾਂ ਜੀ ਦੇ ਪਾਸ ਕੋਈ ਮੁਸਲਮਾਨ ਆਉਂਦਾ ਹੈ ਤੇ ਸਤਿਗੁਰੂ ਜੀ ਉਹਨੂੰ ਵੀ ਉਪਦੇਸ਼ ਬਖਸ਼ਦੇ ਹਨ। ਜੇ ਕੋਈ ਹਿੰਦੂ ਆਉਂਦਾ ਤੇ ਉਹਨੂੰ ਦੱਸਦੇ ਹਨ ਕਿ ਭਾਈ ਤੇਰਾ ਧਰਮ ਆ ਹੈ ਤੇ ਤੂੰ ਆ ਕਰ ਰਿਹਾ ਹੈ। ਜੇ ਕੋਈ ਆਪਣੇ ਆਪ ਨੂੰ ਰਾਜਾ ਅਖਵਾਉਂਦਾ ਹੈ ਤੇ ਉਹਨੂੰ ਵੀ ਦੱਸਦੇ ਹਨ। ਜੇ ਕੋਈ ਕਿਸਾਨ ਹਲ ਵਾਹੁਣ ਵਾਲਾ ਗੁਰੂ ਦੇ ਦਰ ਤੇ ਆਉਂਦਾ ਤੇ ਉਹਨੂੰ ਵੀ ਉਪਦੇਸ਼ ਦਿੰਦੇ ਹਨ। ਜੇ ਕੋਈ ਨੌਕਰੀ ਕਰਨ ਵਾਲਾ ਗੁਰੂ ਦੇ ਦਰ ਤੇ ਆਉਂਦਾ ਤੇ ਉਹਨੂੰ ਵੀ ਉਪਦੇਸ਼ ਦਿੰਦੇ ਹਨ। ਵਿਸ਼ਾ ਸੰਗਤ ਜੀ ਲੰਮਾ ਹੋ ਜਾਵੇਗਾ। ਸਤਿਗੁਰੂ ਜੀ ਨੇ ਕਦੀ ਕਿਸੇ ਨਾਲ ਕੋਈ ਵੈਰ ਨਹੀਂ ਕੀਤਾ, ਪਰ ਇਹਨਾਂ ਨੇ ਜਹਾਂਗੀਰ ਦੇ ਕੰਨ ਭਰੇ। ਸੋ ਸਾਧ ਸੰਗਤ ਜੀ, ਇਹ ਵੀ ਕਾਨਾ, ਪੀਲੂ, ਛੱਜੂ ਤੇ ਹਸਨ ਵਰਗੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਕਾਰਨ ਬਣਦੇ ਹਨ। ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਕਾਰ ਨੂੰ ਬਹਾਲ ਰੱਖਦਿਆਂ ਹੋਇਆਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਵੀ ਸ਼ਬਦ ਲਗਾ ਮਾਤਰ ਦੇ ਨਾਲ ਛੇੜਛਾੜ ਨਹੀਂ ਜੇ ਕੀਤੀ। ਸੰਗਤ ਜੀ, ਗੁਰਬਾਣੀ ਦੇ ਜਾਣਕਾਰ ਇਹ ਸਮਝਦੇ ਹੋਣਗੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਸ਼ਬਦਾਂ ਦੀ ਗਿਣਤੀ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਿੱਤੀ ਹੋਈ ਹੈ। ਕੋਈ ਆਪਣੀ ਮਤ ਦੇ ਅਨੁਸਾਰ ਕੋਈ ਲਗਾ ਮਾਤਰ ਕੋਈ ਸ਼ਬਦ ਬਦਲ ਨਹੀਂ ਸਕਦਾ। ਇਹ ਵਿਉਂਤ ਸਤਿਗੁਰਾਂ ਜੀ ਨੇ ਆਪ ਬਣਾਈ ਹੈ। ਸੋ ਸਾਧ ਸੰਗਤ ਜੀ, ਕਿਹਾ ਗਿਆ ਸੀ ਕਿ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਕੁਝ ਬੋਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਲਿਖੇ ਜਾਣ, ਪਰ ਸਤਿਗੁਰਾਂ ਜੀ ਨੇ ਕਿਹਾ ਸੀ ਨਹੀਂ ਭਾਈ, ਇਹ ਤਾਂ ਧੁਰ ਕੀ ਬਾਣੀ ਹੈ, ਧੁਰੋਂ ਆਈ ਹੈ, ਕਿਸੇ ਬੰਦੇ ਦੀ ਬਣਾਈ ਹੋਈ ਨਹੀਂ। ਇਸ ਕਰਕੇ ਇਹਦੇ ਵਿੱਚ ਕੋਈ ਹੇਰ ਫੇਰ ਨਹੀਂ ਜੇ ਹੋ ਸਕਦਾ। ਸੋ ਇਹ ਵੀ ਇੱਕ ਸ਼ਹਾਦਤ ਦਾ ਕਾਰਨ ਬਣਦਾ ਹੈ। ਇਸ ਤੋਂ ਉਪਰੰਤ ਸਾਧ ਸੰਗਤ ਜੀ ਦੇ ਆਪਾਂ ਵਿਚਾਰ ਕਰੀਏ ਤਾਂ ਪਹਿਲੀ ਸ਼ਿਕਾਇਤ ਹੋਈ ਹੈ ਅਕਬਰ ਦੇ ਰਾਹੀਂ, ਤੇ ਉਹ ਸ਼ਿਕਾਇਤ ਕੀਤੀ ਕਿੰਨੇ ਹੈ? ਉਹ ਸ਼ਿਕਾਇਤ ਸਾਧ ਸੰਗਤ ਜੀ ਬੀਰਬਲ ਨੇ ਕੀਤੀ ਹੈ। ਬੀਰਬਲ ਨੇ ਬੜੇ ਚਾਅ ਦੇ ਨਾਲ ਟੀਵੀ ਦੇ ਅੰਦਰ ਸੀਰੀਅਲ ਵੇਖਦੇ ਹਨ ਸਾਡੇ ਬੱਚੇ ਬੀਰਬਲ ਦੇ, ਪਰ ਇਹ ਉਹ ਬੀਰਬਲ ਹੈ ਜਿਹੜਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਧਮਕੀ ਦੇ ਕਰਕੇ ਗਿਆ ਸੀ ਕਿ ਮੇਰੇ ਵਾਪਸ ਆਉਣ ਤੱਕ ਇਹ ਸਿੱਖੀ ਦੀ ਦੁਕਾਨ ਬੰਦ ਕਰ ਦਿੱਤੀ ਜਾਵੇ, ਨਹੀਂ ਤਾਂ ਮੈਂ ਹਮਲਾ ਕਰਾਂਗਾ ਤੇ ਆਪ ਜੀ ਦੇ ਸਿੱਖਾਂ ਨੂੰ ਅਤੇ ਤੁਹਾਨੂੰ ਖਤਮ ਕਰ ਦੇਵਾਂਗਾ। ਸਤਿਗੁਰੂ ਜੀ ਨੇ ਫਰਮਾਇਆ ਸੀ ਕਿ ਭਾਈ ਜੇ ਆਵੇਂਗਾ ਤਾਂ ਵੇਖ ਲਵਾਂਗੇ। ਸੋ ਸਾਧ ਸੰਗਤ ਜੀ, ਉੱਥੇ ਫਿਰ ਜਿਹੜੇ ਯੂਰਪੀਏ ਸਨ, ਯਹੂਦੀਏ ਸਨ, ਉਹਨਾਂ ਦੇ ਨਾਲ ਕੋਈ ਦੀ ਮੁੱਠਭੇੜ ਹੋਈ ਹੈ ਤੇ ਉੱਥੇ ਫਿਰ ਇਹਦਾ ਕਤਲ ਕਰ ਦਿੱਤਾ ਸੀ। ਉੱਥੇ ਮਰ ਖਪ ਗਿਆ। ਇਹ ਅਕਬਰ ਨੂੰ ਦਾਜ ਦੇ ਵਿੱਚ ਮਿਲਿਆ ਸੀ। ਇਹਦਾ ਨਾਮ ਸੀ ਮਹੇਸ਼ ਦਾਸ। ਬਾਅਦ ਦੇ ਵਿੱਚ ਇਹਦਾ ਨਾਮ ਬੀਰਬਲ ਰੱਖਿਆ ਗਿਆ। ਸੋ ਬੀਰਬਲ ਦੀ ਵਿਰੋਧਤਾ ਇਹਨੇ ਵੀ ਜਹਾਂਗੀਰ ਸਾਧ ਸੰਗਤ ਜੀ ਕੰਨ ਭਰੇ ਹੋਣਗੇ। ਇਹਨੇ ਵੀ ਗੁਰੂ ਦੇ ਵਿਰੁੱਧ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਿਰੁੱਧ
ਧਮਕੀ ਦਿੰਦਾ ਸੀ ਕਿ ਮੈਂ ਸਿੱਖੀ ਖਤਮ ਕਰ ਦੇਵਾਂਗਾ। ਇਹ ਵੀ ਇੱਕ ਸ਼ਹਾਦਤ ਦਾ ਕਾਰਨ ਬਣਦਾ ਹੈ। ਇਸ ਤੋਂ ਉਪਰੰਤ ਜੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਜਾਹੋ ਜਲਾਲ, ਉਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਵੇਖਦਿਆਂ ਹੋਇਆ ਸਤ ਸੰਗਤ ਜੀ, ਉਹਨਾਂ ਦਾ ਆਪਣਾ ਹੀ ਭਰਾ ਪ੍ਰਿਥਿਆ ਉਹਨਾਂ ਦੇ ਨਾਲ ਈਰਖਾ ਕਰਦਾ ਹੈ ਕਿ ਇਹ ਗੱਦੀ ਮੈਨੂੰ ਮਿਲ ਜਾਵੇ। ਸੋ ਪ੍ਰਿਥੀਏ ਦੀ ਈਰਖਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਕਾਰਨ ਬਣਦੀ ਹੈ। ਸੁਲਹੀ ਤੇ ਸਲੱਬੀ ਵਰਗੇ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਖਤਮ ਕਰਨਾ ਚਾਹੁੰਦੇ ਹਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨਾਂ ਦੇ ਦੁਆਰਾ ਉਹਨਾਂ ਦਾ ਵੀ ਅੰਤ ਕਰ ਦਿੱਤਾ ਹੈ। ਸਤ ਸੰਗਤ ਜੀ, ਸੋ ਜਹਾਂਗੀਰ ਕਿਸੇ ਨਾ ਕਿਸੇ ਬਹਾਨੇ ਦੀ ਭਾਲ ਦੇ ਵਿੱਚ ਸੀਗਾ ਕਿ ਕੋਈ ਬਹਾਨਾ ਮੈਨੂੰ ਮਿਲੇ ਤੇ ਮੈਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਫਰਮਾਨ ਜਾਰੀ ਕਰਾਂ। ਸੋ ਉਸ ਵੇਲੇ ਖੁਸਰੋ ਨੇ ਬਗਾਵਤ ਕੀਤੀ ਹੈ। ਖੁਸਰੋ ਜਹਾਂਗੀਰ ਦਾ ਪੁੱਤਰ ਸੀ। ਜਹਾਂਗੀਰ ਨੇ ਉਹਨੂੰ ਕਤਲ ਕਰਨ ਦਾ ਹੁਕਮ ਦਿੱਤਾ ਤੇ ਉਹ ਬਗਾਵਤ ਕਰਕੇ ਭੱਜ ਗਿਆ। ਸੋ ਇਤਿਹਾਸ ਦੱਸਦਾ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਹੈ। ਇਹ ਤਾਂ ਸੁਭਾਅ ਹੈ ਭਾਈ। ਜੇ ਖੁਸਰੋ ਆਇਆ, ਕੋਈ ਹੋਰ ਵੀ ਆ ਜਾਂਦਾ ਤੇ ਸਤਿਗੁਰਾਂ ਜੀ ਨੇ ਨਾ ਥੋੜੀ ਕਰਨੀ ਸੀ ਭਾਈ। ਗੁਰੂ ਘਰ ਤਾਂ ਕੋਈ ਆਵੇ, ਆ ਕਰਕੇ ਪ੍ਰਸ਼ਾਦਾ ਛਕੇ। ਇਹ ਥੋੜੀ ਪੁੱਛਿਆ ਜਾਂਦਾ ਕਿ ਭਾਈ ਤੂੰ ਗਰੀਬ ਆ ਕਿ ਅਮੀਰ ਆ, ਤੇਰੀ ਜਾਤ ਕਿਹੜੀ ਆ। ਨਹੀਂ ਭਾਈ, ਇੱਥੇ ਤਾਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਧਾ। ਸੋ ਸਤ ਸੰਗਤ ਜੀ, ਇੱਥੇ ਫਿਰ ਜਿਹੜਾ ਮੁਰਤਜ਼ਾ ਖਾਂ ਸੀ ਨਾ, ਇਹਨੇ ਇੱਕ ਝੂਠਾ ਬਹਾਨਾ ਬਣਾਇਆ ਹੈ। ਇੱਕ ਝੂਠਾ ਬਹਾਨਾ ਬਣਾ ਕਰਕੇ ਇੱਕ ਚਿੱਠੀ ਜਹਾਂਗੀਰ ਨੂੰ ਲਿਖੀ ਹੈ, ਜਿਸ ਚਿੱਠੀ ਦੇ ਵਿੱਚ ਲਿਖਦਾ ਹੈ ਕਿ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੁਸਰੋ ਨੂੰ ਕੇਸਰ ਦਾ ਤਿਲਕ ਲਾ ਕੇ ਕਿਹਾ ਸੀ ਕਿ ਤੂੰ ਰਾਜ ਕਰੇਗਾ ਰਾਜ। ਸੋ ਬਹਾਨਾ ਮਿਲ ਗਿਆ ਹੈ ਜਹਾਂਗੀਰ ਨੂੰ। ਸੋ ਇਹਨੇ ਫਿਰ ਕੀ ਕੀਤਾ ਹੈ ਸਤ ਸੰਗਤ ਜੀ, ਇਹਨੇ ਇੱਕ ਹੁਕਮ ਜਾਰੀ ਕਰ ਦਿੱਤਾ ਹੈ। ਇਸ ਨੇ ਹੁਕਮ ਜਾਰੀ ਕੀਤਾ ਹੈ। ਹੁਕਮ ਕੀ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਤਮ ਕਰ ਦਿੱਤਾ ਜਾਵੇ, ਸ਼ਹੀਦ ਕਰ ਦਿੱਤਾ ਜਾਵੇ। ਹੁਕਮ ਸੀਗਾ ਧਾਰਾ ਯਾਸਾ ਦੇ ਅਧੀਨ। ਇਹ ਇੱਕ ਐਸੀ ਧਾਰਾ ਸੀ ਜਿਸ ਵਿੱਚ ਸ਼ਹੀਦ ਹੋਣ ਵਾਲੇ ਦੇ ਖੂਨ ਦਾ ਕਤਰਾ ਧਰਤੀ ਤੇ ਡਿੱਗਣ ਨਹੀਂ ਸੀ ਦਿੱਤਾ ਜਾਂਦਾ। ਮਨੌਤ ਇਸ ਤਰ੍ਹਾਂ ਦੀ ਸੀ ਕਿ ਜੇਕਰ ਸ਼ਹੀਦ ਦਾ ਖੂਨ ਧਰਤੀ ਤੇ ਡਿੱਗੇਗਾ ਤੇ ਉਸ ਦੇ ਖੂਨ ਦੇ ਕਤਰੇ ਹੋਰ ਸ਼ਹੀਦਾਂ ਨੂੰ ਪੈਦਾ ਕਰਨਗੇ। ਸੁੱਤੀਆਂ ਹੋਈਆਂ ਜ਼ਮੀਰਾਂ ਜਾਗਣਗੀਆਂ ਤੇ ਇਹ ਨਾ ਹੋਵੇ ਕਿਤੇ ਤਖਤਾਂ ਦਾ ਪਲਟਾ ਪੈ ਜਾਵੇ। ਇਸ ਕਰਕੇ ਸਜ਼ਾ ਹੀ ਇਸ ਤਰ੍ਹਾਂ ਦੀ ਦਿੱਤੀ ਜਾਵੇ ਕਿ ਜਿਹੜਾ ਖੂਨ ਦਾ ਕਤਰਾ ਹੈ ਉਹ ਧਰਤੀ ਤੇ ਨਾ ਡਿੱਗੇ। ਹੁਣ ਆਪਾਂ ਧਿਆਨ ਦਈਏ ਕਿ ਸ਼ਹੀਦੀ ਕਿਸ ਤਰ੍ਹਾਂ ਹੋਈ ਹੈ। ਸਤਿਗੁਰਾਂ ਜੀ ਨੇ ਸ਼ਹਾਦਤ ਦਾ ਜਾਮ ਕਿਸ ਤਰ੍ਹਾਂ ਪੀਤਾ ਹੈ। ਸ਼ਹਾਦਤ ਦੇ ਕਾਰਨ ਟੂਕ ਮਾਤਰ ਤਾਂ ਆਪਾਂ ਜਾਣ ਲਏ, ਨਾਲ ਹੀ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਕਿਤੇ ਸਾਡੇ ਅੰਦਰ ਵੀ ਉਹ ਕਮੀਆਂ ਤਾਂ ਨਹੀਂ। ਜੇ ਕਮੀਆਂ ਹਨ ਤੇ ਅੱਜ ਸ਼ਹਾਦਤ ਵਾਲੇ ਦਿਨ ਦੂਰ ਕਰ ਲਈਏ। ਸ਼ਹਾਦਤ ਕਿਸ ਤਰ੍ਹਾਂ ਹੋਈ ਹੈ ਸਤ ਸੰਗਤ ਜੀ। ਸਭ ਤੋਂ ਪਹਿਲਾਂ ਇਸ ਜਾਸਾ ਦੀ ਧਾਰਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਇਹਨਾਂ ਜ਼ਾਲਮਾਂ ਨੇ ਮੁਰਤਜ਼ਾ ਖਾਂ ਅਤੇ ਇਹ ਚੰਦੂ ਪਾਪੀ, ਇਹਨਾਂ ਨੇ ਕੀ ਕੀਤਾ ਹੈ, ਇੱਕ ਦੇਗ ਦੇ ਵਿੱਚ ਪਾਣੀ ਨੂੰ ਉਬਾਲਿਆ ਗਿਆ ਹੈ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰਨੇ ਪਾ ਰਹੇ ਹਨ। ਪੂਰਨੇ ਆਉਣ ਵਾਲੇ ਸਮੇਂ ਦੇ ਵਿੱਚ
ਇਹਨਾਂ ਪੂਰਨਿਆਂ ਦੇ ਉੱਤੇ ਆਪਣੇ ਸਿੱਖਾਂ ਨੂੰ ਚੱਲਦਿਆਂ ਹੋਇਆ ਵੇਖਣਗੇ। ਪੂਰਨੇ ਕੀ ਪਾਏ ਹਨ ਗੁਰਮੁਖੋ? ਇਹ ਉਹ ਪੂਰਨੇ ਹਨ ਜਿਨ੍ਹਾਂ ਦੇ ਉੱਤੇ ਪੂਰੇ ਉਤਰ ਕੇ ਚਾਂਦਨੀ ਚੌਂਕ ਦੇ ਅੰਦਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੇ ਵਿਖਾਇਆ ਸੀ। ਸਤ ਸੰਗਤ ਜੀ, ਦੇਗ ਉਬਾਲੀ ਗਈ ਹੈ, ਦੇਗ ਦੇ ਵਿੱਚ ਰਿੱਝਦਾ ਹੋਇਆ ਪਾਣੀ, ਤੇ ਚੰਦੂ ਨੇ ਕਿਹਾ ਕਿ ਸਿਪਾਹੀਓ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਫੜੋ ਤੇ ਇਸ ਉਬਲਦੀ ਹੋਈ ਦੇਗ ਦੇ ਵਿੱਚ ਸੁੱਟ ਦਿਓ। ਸਤ ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਭਾਈ ਚੰਦੂ ਤਾਂ ਪਾਪੀ ਹੈ, ਤੁਸੀਂ ਪਾਪ ਦੇ ਭਾਗੀਦਾਰ ਨਾ ਬਣੋ, ਤੁਹਾਨੂੰ ਫੜਨ ਦੀ ਲੋੜ ਨਹੀਂ, ਅਸੀਂ ਚਾਹ ਦੇ ਨਾਲ ਇਸ ਦੇਗ ਦੇ ਵਿੱਚ ਜਾਵਾਂਗੇ। ਸੌਖਾ ਨਹੀਂ ਹੁੰਦਾ ਸਤ ਸੰਗਤ ਜੀ। ਉਸ ਸਮੇਂ ਨੂੰ ਧਿਆਨ ਦੇ ਵਿੱਚ ਰੱਖੀਏ। ਹੁਣ ਤਾਂ ਭਾਈ ਇਹ ਵਗਦੀਆਂ ਹੋਈਆਂ ਲੋਆਂ ਵੀ ਅਸੀਂ ਸਹਾਰ ਨਹੀਂ ਸਕਦੇ, ਪਰ ਇਹਨਾਂ ਹੀ ਦਿਨਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਬਲਦੀ ਹੋਈ ਦੇਗ ਦੇ ਵਿੱਚ ਬੈਠਦੇ ਹਨ। ਸੋ ਰਿੱਝਦਾ ਹੋਇਆ ਪਾਣੀ ਹੈ, ਜਿਸ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੀਰ ਛਾਲੋ ਛਾਲੀ ਹੋ ਜਾਂਦਾ ਹੈ। ਸਤ ਸੰਗਤ ਜੀ, ਇਸ ਤੋਂ ਉਪਰੰਤ ਫਿਰ ਇਹਨਾਂ ਪਾਪੀਆਂ ਨੇ ਢਿੱਲ ਨਹੀਂ ਕੀਤੀ। ਇਹਨਾਂ ਨੇ ਕਿਹਾ ਕਿ ਹੁਣ ਇੱਕ ਲੋਥ ਪਾਈ ਜਾਵੇ। ਭਾਰੀ ਅੱਗ ਬਾਲ ਕਰਕੇ ਉੱਤੇ ਲੋਹ ਨੂੰ ਰੱਖ ਕਰਕੇ ਸੁਰਖ ਲਾਲ ਕੀਤਾ ਗਿਆ ਹੈ, ਗਰਮ ਕੀਤਾ ਗਿਆ ਹੈ, ਤੇ ਕਿਹਾ ਕਿ ਹੁਣ ਇਸ ਦੇ ਉੱਤੇ ਚੌਂਕੜਾ ਲਾ ਕੇ ਵਿਖਾਓ। ਜੇ ਨਹੀਂ ਲਾ ਸਕਦੇ ਜਾਂ ਤਾਂ ਭਾਈ ਸਿੱਖ ਧਰਮ ਨੂੰ ਛੱਡ ਕਰਕੇ ਦੀਨੇ ਇਸਲਾਮ ਕਬੂਲ ਕਰ ਲਓ, ਜਾਂ ਲੜਕੀ ਦੀ ਸ਼ਾਦੀ ਪ੍ਰਵਾਨ ਕਰ ਲਓ। ਇਸ ਤਰ੍ਹਾਂ ਦੀਆਂ ਸ਼ਰਤਾਂ ਵੀ ਪਾਪੀ ਨਾਲ ਰੱਖਦੇ ਸਨ। ਪਰ ਸਤਿਗੁਰੂ ਜੀ ਕਹਿੰਦੇ ਭਾਈ ਅੱਜ ਗੁਰੂ ਦੇ ਉੱਤੇ ਪਰਚਾ ਹੈ, ਗੁਰੂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੇ ਉੱਤੇ ਵੀ ਪਰਚੇ ਪੈਣੇ ਹਨ। ਜੇ ਅੱਜ ਗੁਰੂ ਪਾਸ ਨਾ ਹੋਇਆ ਤੇ ਸਿੱਖ ਕਿਸ ਤਰ੍ਹਾਂ ਪਾਸ ਹੋਣਗੇ ਭਾਈ? ਸਤਿਗੁਰਾਂ ਜੀ ਨੇ ਕਰਕੇ ਵਿਖਾਇਆ ਹੈ ਗੁਰਮੁਖੋ, ਕਰਕੇ ਕੱਲਾ ਕਿਹਾ ਹੀ ਨਹੀਂ, ਤਨ ਮਨ ਕਾਟ ਕਾਟ ਸਭ ਅਰਪੀ। ਸਾਈਂ ਮੀਆਂ ਮੀਰ ਜੀ ਨੇ ਪੁੱਛਿਆ ਸੀ ਨਾ ਇੱਕ ਸਮੇਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੱਖਾ ਫੇਰੀ ਪਾਣੀ ਢੋਵਾ ਇਹ ਤਾਂ ਮੰਨ ਲਿਆ, ਪਰ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਇਹ ਸਮਝ ਚ ਨਹੀਂ ਆਉਂਦਾ ਇਹ ਕੀ ਹੈ। ਸਤਿਗੁਰੂ ਜੀ ਕਹਿੰਦੇ ਸਾਈਂ ਜੀ ਜੇ ਲਿਖਿਆ ਹੈ ਤੇ ਕਰਕੇ ਵੀ ਵਿਖਾਵਾਂਗੇ। ਸੋ ਸਤ ਸੰਗਤ ਜੀ ਸਮਾਂ ਬਣਿਆ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਆਪ ਤੱਤੀ ਤਵੀ ਦੇ ਉੱਤੇ ਚੌਂਕੜਾ ਲਾ ਕਰਕੇ ਬੈਠ ਗਏ ਹਨ। ਭਾਂਬੜਾਂ ਦੇ ਨਾਲ ਬਲਦੀ ਹੋਈ ਅੱਗ ਹੈ, ਸੜਦੀ ਹੋਈ ਤਵੀ ਹੈ, ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੌਂਕੜਾ ਲਾ ਕਰਕੇ ਬੈਠੇ ਹਨ। ਚਿੱਤ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੋੜ ਕੇ ਸਾਨੂੰ ਦੱਸਦੇ ਹਨ ਕਿ ਭਾਈ ਦੁੱਖਾਂ ਸੁੱਖਾਂ ਦੇ ਵਿੱਚ ਇਸ ਤਰ੍ਹਾਂ ਰੱਬ ਦੇ ਨਾਲ ਜੁੜੇ ਰਹੋ, ਕਿਤੇ ਡੋਲ ਨਾ ਜਾਇਓ। ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਕਹਿਣਾ ਹੈ ਭਾਈ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਕਰਕੇ ਕਿਸ ਤਰ੍ਹਾਂ ਵਿਖਾਉਣਾ ਸਤਿਗੁਰੂ ਜੀ ਸਿਖਾਉਂਦੇ ਹਨ। ਜ਼ਾਲਮਾਂ ਨੇ ਘੱਟ ਨਹੀਂ ਕੀਤੀ ਗੁਰਮੁਖੋ, ਰੇਤ ਵੀ ਗਰਮ ਕੀਤੀ ਗਈ ਹੈ, ਰੇਤ ਵੀ ਤੱਤੀ ਰੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੰਗੇ ਪਿੰਡੇ ਦੇ ਉੱਤੇ ਪਾਉਂਦੇ ਹਨ, ਸੀਸ ਦੇ ਉੱਤੇ ਪਾਉਂਦੇ ਹਨ। ਹੱਦ ਕਰ ਦਿੱਤੀ ਹੈ ਤਸ਼ੱਦਦ ਦੀ ਕਿ ਸ਼ਾਇਦ ਕਿਤੇ ਸਾਡੇ ਜ਼ੁਲਮ ਤੋਂ ਡਰ ਜਾਣਗੇ ਤੇ ਦੀਨੇ ਇਸਲਾਮ ਕਬੂਲ ਕਰ ਲੈਣਗੇ, ਛੱਡ ਦੇਣਗੇ ਸਿੱਖੀ ਨੂੰ। ਨਹੀਂ ਭਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਡਲਾਉਣਾ ਚਾਹੁੰਦੇ ਹਨ। ਗੁਰਮੁਖੋ ਜਿਨ੍ਹਾਂ ਨੇ ਸਤਿਗੁਰੂ ਜੀ ਦਾ ਆਸਰਾ ਲਿਆ ਉਹ ਨਹੀਂ ਡੋਲਦੇ ਤੇ ਸਤਿਗੁਰੂ ਜੀ ਕਿਸ ਤਰ੍ਹਾਂ ਡੋਲ ਜਾਣਗੇ? ਇਹ ਅਡੋਲ ਹਨ, ਅਡੋਲ।
ਸੋ ਤੱਤੀ ਰੇਤ ਸੀਸ ਦੇ ਉੱਤੇ ਪੈ ਰਹੀ ਹੈ। ਗੁਰਮੁਖੋ ਦਿਨ ਅੱਜ ਦਾ ਅਸੀਂ ਸੁਰਤ ਲੈ ਕੇ ਜਾਇਓ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਾਨੂੰ ਵੀ ਪਤਾ ਲੱਗੇ ਕਿ ਉਸ ਤੱਤੀ ਤਵੀ ਦਾ ਸੇਕ ਕਿਸ ਤਰ੍ਹਾਂ ਦਾ ਹੈ, ਉਸ ਤੱਤੀ ਰੇਤ ਦਾ ਸੇਕ ਕਿਸ ਤਰ੍ਹਾਂ ਦਾ ਹੈ, ਉਸ ਉਬਲਦੀ ਹੋਈ ਦੇਗ ਦਾ ਸੇਕ ਕਿਸ ਤਰ੍ਹਾਂ ਦਾ ਹੈ। ਮਹਿਸੂਸ ਕਰੋ ਗੁਰਮੁਖੋ, ਮਹਿਸੂਸ ਕਰੋ, ਕਿਉਂਕਿ ਸਤਿਗੁਰੂ ਜੀ ਸਾਡੇ ਆਪਣੇ ਹਨ, ਕੋਈ ਬਗਾਨੇ ਨਹੀਂ, ਸਾਡੇ ਆਪਣੇ ਹਨ ਗੁਰਮੁਖੋ। ਆਪਣਿਆਂ ਦਾ ਦਰਦ ਸਮਝ ਦੇ ਵਿੱਚ ਆ ਜਾਂਦਾ ਜੇ ਗੁਰਮੁਖੋ। ਸਮਝੋ ਕਿੰਨਾਂ ਦੇ ਲਈ, ਸਾਡੇ ਲਈ ਇਹ ਸ਼ਹਾਦਤਾਂ, ਕਿੰਨਾਂ ਦੇ ਲਈ, ਸਾਡੇ ਲਈ ਇਹ ਬਾਣੀ ਰਚੀ, ਕਿੰਨਾਂ ਦੇ ਲਈ, ਸਾਡੇ ਲਈ। ਕਿਉਂਕਿ ਮੇਰੇ ਸਿੱਖ ਕਿਤੇ ਗਲਤ ਰਸਤੇ ਤੇ ਨਾ ਤੁਰ ਪੈਣ, ਇਹ ਭਾਈ ਇੱਕ ਅਕਾਲ ਪੁਰਖ ਪ੍ਰਮਾਤਮਾ ਦੇ ਲੜ ਲੱਗਣ। ਸਾਡੇ ਹੀ ਭਲਾ ਸੋਚਿਆ ਨਾ ਭਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੱਤੀ ਰੇਤ ਸੀਸ ਤੇ ਪੈ ਰਹੀ ਹੈ। ਪੁੱਛਿਆ ਗਿਆ ਕਿ ਹੁਣ ਤਾਂ ਮੰਨ ਜਾਓ, ਪਰ ਸਤਿਗੁਰੂ ਜੀ ਭਾਈ ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਲੀਨ ਹੋਏ, ਅਭੇਦ ਹੋਏ ਹਨ। ਇਸ ਤੋਂ ਉਪਰੰਤ ਫਿਰ ਪਾਪੀਆਂ ਨੇ ਘਟ ਨਹੀਂ ਕੀਤੀ, ਹੋਰ ਤਸੀਹੇ ਦੇਣ ਦੀ ਸੋਚਦੇ ਹਨ। ਧੁੱਪ ਦੇ ਵਿੱਚ ਗਰਮ ਛਾਲਿਆਂ ਦਾ ਭਰਿਆ ਹੋਇਆ ਸਰੀਰ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਧੁੱਪ ਦੇ ਵਿੱਚ ਬਿਠਾਇਆ ਗਿਆ ਹੈ। ਉਪਰੰਤ ਇਸ ਚੰਦੂ ਪਾਪੀ ਨੇ ਸੋਚਿਆ ਹੈ ਕਿ ਹੁਣ ਮੈਂ ਐਸਾ ਕਹਿਰ ਕਮਾਵਾਂਗਾ ਕਿ ਜਿਸ ਕਹਿਰ ਤੋਂ ਡਰ ਜਾਣਗੇ, ਜਾਂ ਤਾਂ ਮੰਨ ਲੈਣਗੇ ਤੇ ਜਾਂ ਫਿਰ ਇਹਨਾਂ ਦਾ ਅੰਤ ਹੋ ਜਾਵੇਗਾ। ਉਹ ਕਹਿਰ ਕਿਹੜਾ ਸੀ ਗੁਰਮੁਖੋ? ਉਹ ਕਹਿਰ ਕਿਹੜਾ ਸੀ? ਕਿਹਾ ਜਾਂਦਾ ਹੈ, ਲਿਖਿਆ ਮਿਲਦਾ ਹੈ ਗੁਰਮੁਖੋ ਕਿ ਇਹਨੇ ਇੱਕ ਗਾਂ ਦੀ ਖਲ ਮੰਗਵਾਈ ਹੈ ਕਿ ਇਸ ਖਲ ਦੇ ਵਿੱਚ ਇਸ ਸਰੀਰ ਨੂੰ ਲਪੇਟ ਕਰਕੇ ਧੁੱਪੇ ਰੱਖਾਂਗਾ। ਜਿਉਂ-ਜਿਉਂ ਇਹ ਖਲ ਸੁੱਕੇਗੀ ਤੇ ਇਹਨਾਂ ਦੇ ਸਵਾਸ ਰੁਕ ਜਾਣਗੇ ਤੇ ਇਹ ਸ਼ਹੀਦ ਹੋ ਜਾਣਗੇ। ਇਹ ਵੀ ਲਿਖਿਆ ਹਵਾਲਾ ਮਿਲ ਜਾਂਦਾ ਜੇ ਸਤ ਸੰਗਤ ਜੀ। ਵਿਦਵਾਨ ਵੀਰਾਂ ਦੀ ਆਪੋ ਆਪਣੀ ਖੋਜ ਹੈ। ਸੋ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਪਤਾ ਲੱਗਦਾ ਹੈ ਕਿ ਭਾਈ ਇਸ ਪਾਪੀ ਨੇ ਹੁਣ ਢਿੱਲ ਨਹੀਂ ਕਰਨੀ, ਉਸ ਵੇਲੇ ਇਸ ਚੰਦੂ ਨੇ ਕਿਹਾ ਕਿ ਭਾਈ ਕੋਈ ਆਪਣਾ ਇੱਛਾ ਦੱਸੋ ਕਿ ਅਸੀਂ ਤੁਹਾਡੀ ਕਿਹੜੀ ਇੱਛਾ ਪੂਰੀ ਕਰੀਏ। ਸਤਿਗੁਰੂ ਜੀ ਕਹਿੰਦੇ ਭਾਈ ਇਸ਼ਨਾਨ ਨੂੰ ਮਨ ਲੋਚਦਾ ਹੈ। ਗੁਰਮੁਖੋ ਇਹਨੇ ਸੋਚਿਆ ਕਿ ਸਰੀਰ ਦੇ ਉੱਤੇ ਛਾਲੇ ਹਨ, ਜਦੋਂ ਪਾਣੀ ਸਰੀਰ ਦੇ ਉੱਤੇ ਪਵੇਗਾ ਇਹ ਛਾਲੇ ਫਿਸਣਗੇ, ਦਰਦ ਹੋਵੇਗੀ ਤੇ ਸ਼ਾਇਦ ਉਸ ਦਰਦ ਦੀ ਪੀੜ ਇਹਨਾਂ ਨੂੰ ਡੁਲਾ ਦੇਵੇ, ਇਹ ਡੋਲ ਜਾਣ ਤੇ ਮੇਰੀਆਂ ਸ਼ਰਤਾਂ ਮੰਨ ਲੈਣ। ਇਹਨੇ ਕਿਹਾ ਕਿ ਇਸ਼ਨਾਨ ਕਰ ਲਓ। ਸਤ ਸੰਗਤ ਜੀ, ਸਤਿਗੁਰੂ ਜੀ ਆਪ ਨਹੀਂ ਹੁਣ ਚੱਲ ਸਕਦੇ, ਸਿੱਖਾਂ ਦੇ ਮੋਢਿਆਂ ਦੇ ਉੱਤੇ ਹੱਥ ਰੱਖੇ ਹਨ। ਭਾਈ ਜੇਠੇ ਜੀ ਵਰਗੇ ਮਹਾਂਪੁਰਸ਼, ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਵਰਗੇ ਮਹਾਂਪੁਰਸ਼, ਭਾਈ ਲੰਗਾ ਜੀ ਵਰਗੇ ਮਹਾਂਪੁਰਸ਼, ਗੁਰੂ ਦੇ ਪਿਆਰੇ ਸਿੱਖ। ਗੁਰਮੁਖੋ ਕਿਉਂ ਮਹਾਂਪੁਰਸ਼, ਕਿਉਂ ਬ੍ਰਹਮ ਗਿਆਨੀ, ਕਿਉਂ ਸੰਤ? ਕਿਉਂਕਿ ਉਹੀ ਸਹਾਰ ਸਕਦੇ ਹਨ, ਉਹੀ ਦੇਖ ਸਕਦੇ ਹਨ। ਸਾਡੇ ਵਰਗੇ ਭਾਈ ਕੀ ਸਹਾਰ ਸਕਦੇ ਹਨ, ਕੀ ਦੇ ਸਕਦੇ ਹਨ? ਉਹਨਾਂ ਤੇ ਆਪਣੀਆਂ ਅੱਖਾਂ ਦੇ ਨਾਲ ਸਤਿਗੁਰਾਂ ਜੀ ਦੇ ਸਰੀਰ ਨੂੰ ਵੇਖਿਆ ਹੋਵੇਗਾ, ਸਤਿਗੁਰਾਂ ਜੀ ਦੇ ਹੱਥ ਆਪਣੇ ਮੋਢਿਆਂ ਤੇ ਰੱਖੇ ਹੋਣਗੇ। ਗੁਰਮੁਖੋ ਇਤਿਹਾਸ ਲਿਖਿਆ ਮਿਲਦਾ, ਸਤਿਗੁਰੂ ਜੀ ਚੱਲ ਤਾਂ ਨਹੀਂ ਪਾਉਂਦੇ ਪਰ ਚਿਹਰੇ ਦਾ ਨੂਰ ਅਜੇ ਵੀ ਜਗਮਗ ਜਗਮਗ ਕਰਦਾ ਹੈ। ਹੌਲੀ ਹੌਲੀ ਰਾਵੀ ਦਰਿਆ ਦੇ ਕਿਨਾਰੇ ਤੇ ਪਹੁੰਚਦੇ ਹਨ। ਰਾਵੀ ਦਰਿਆ ਦੇ ਕਿਨਾਰੇ ਤੇ ਜਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਹੀ ਸਹਿਜ ਦੇ ਨਾਲ ਹੌਲੀ ਹੌਲੀ ਉਸ ਜਲ ਦੇ ਵਿੱਚ ਜਾਂਦੇ ਹਨ ਇਸ਼ਨਾਨ ਕਰਨ ਦੇ ਲਈ। ਸਤ ਸੰਗਤ ਜੀ ਸ੍ਰੀ ਜਪਜੀ ਸਾਹਿਬ ਜੀ ਦਾ ਸੰਪੂਰਨ ਪਾਠ ਕਰਦੇ ਹਨ। ਜਿਸ ਤਰ੍ਹਾਂ ਸਿੱਖਾਂ ਨੂੰ ਕਿਹਾ ਸੀ ਕਿ ਭਾਈ ਤੁਸੀਂ ਇੱਥੇ ਇੱਕ ਵਿਛਾਈ ਕਰ ਦਿਓ, ਉਸ ਵਿਛਾਈ ਦੇ ਉੱਤੇ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੁੰਦੇ ਹਨ ਤੇ ਭਾਈ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਆਪਣੇ ਆਪ ਨੂੰ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਭੇਦ ਕਰ ਦਿੰਦੇ ਹਨ। ਹੈ ਹੀ ਅਕਾਲ ਪੁਰਖ ਪਰਮਾਤਮਾ। ਇਹ ਤਾਂ ਖੇਡ ਹੈ ਜਿਹੜੀ ਉਹ ਖੇਡ ਰਚਾ ਰਹੇ ਹਨ। ਸੋ ਉੱਥੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਭਾਈ ਆਪਣੇ ਅਖੀਰਲੇ ਸਵਾਸਾਂ ਨੂੰ ਸਮਾਪਤ ਕੀਤਾ ਹੈ। ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਭੇਦ ਕੀਤਾ ਹੈ, ਸ਼ਹਾਦਤ ਹੋਈ ਹੈ। ਉਪਰੰਤ
ਉੱਥੇ ਫਿਰ ਸੰਸਕਾਰ ਹੋਇਆ ਹੈ। ਗੁਰੂ ਦਿਆਂ ਪਿਆਰਿਆਂ ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਵਿਚਰ ਕਰਕੇ ਚਿਖਾ ਚਿਨਵਾਈ ਹੈ ਤੇ ਸੰਸਕਾਰ ਕੀਤਾ ਹੈ। ਉਪਰੰਤ ਫਿਰ ਜੋ ਸਾਰਾ ਅੰਗੀਠਾ ਸੀ ਉਸ ਰਾਵੀ ਦਰਿਆ ਦੇ ਵਿੱਚ ਜਲ ਪ੍ਰਵਾਹ ਕਰ ਦਿੱਤਾ ਗਿਆ। ਗੁਰਮੁਖੋ ਇਹ ਸ਼ਹਾਦਤ ਅੱਜ ਦੇ ਦਿਨ ਸਿੱਖ ਕੌਮ ਦੀ ਝੋਲੀ ਦੇ ਵਿੱਚ ਪਈ ਤੇ ਪਾਈ ਕਿੰਨੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਾਂ ਇਹ ਸੋਚੀਏ ਕਿ ਕਿਤੇ ਭਾਈ ਜਿਹੜੀਆਂ ਗਲਤੀਆਂ ਕਰਨ ਤੋਂ ਸਤਿਗੁਰੂ ਜੀ ਨੇ ਸਾਨੂੰ ਵਰਜਿਆ ਸੀ, ਜਿਹੜੇ ਦੋਸ਼ੀਆਂ ਦਾ ਹੱਥ ਹੈ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਅੰਦਰ, ਕਿਤੇ ਅਸੀਂ ਭਾਈ ਉਹਨਾਂ ਦਿਆਂ ਕਬਰਾਂ ਤੇ ਜਾ ਕਰਕੇ ਮੱਥੇ ਤਾਂ ਨਹੀਂ ਟੇਕਦੇ, ਕਿਤੇ ਅਸੀਂ ਵੀ ਉਹਨਾਂ ਦੇ ਪਿੱਛੇ ਤਾਂ ਨਹੀਂ ਤੁਰੇ ਫਿਰਦੇ। ਜੇ ਅਸੀਂ ਗਲਤ ਹਾਂ ਤਾਂ ਆਪਣੇ ਆਪ ਨੂੰ ਸੁਧਾਰ ਲਈਏ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤਰਲਾ ਲਈਏ। ਬਖਸ਼ ਲਓ ਸਤਿਗੁਰੂ ਜੀ, ਬਖਸ਼ ਲਓ। ਜਾਣੇ ਅਣਜਾਣੇ ਦੇ ਵਿੱਚ ਭੁੱਲਾਂ ਹੋਈਆਂ, ਹੁਣ ਆਪਣਾ ਲੜ ਫੜਾ ਕਰਕੇ, ਆਪਣਾ ਪੱਲਾ ਫੜਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ। ਇਹ ਬੇਨਤੀ ਕਰੀਏ। ਸਾਧ ਸੰਗਤ ਜੀ ਇਤਿਹਾਸ ਦੀ ਵਿਚਾਰ ਕਰਦੇ ਹਾਂ, ਅਨੇਕਾਂ ਹੀ ਭੁੱਲਾਂ ਹੋਈਆਂ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਬਖਸ਼ਣਹਾਰ ਹੈ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਹਿਬ ਸਿਓ ਮੇਲ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਹਨ। ਸਤਿਗੁਰੂ ਜੀ ਕਰੋ ਕਿਰਪਾ, ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਾਦੇ ਰਾਖੇ ਆਪ ਵਾਹਿਗੁਰੂ, ਤਾਂ ਜੋ ਆਪ ਜੀ ਦੇ ਸ਼ਬਦ ਨੂੰ ਸਮਝ ਕਰਕੇ ਸੇਵਾ ਕਰ ਸਕੀਏ ਜੀ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ